ਉਹ ਨਹੀਂ ਹੋ ਕੇ ਵੀ ਹੈ ਨੇ ਦੋਹਾਂ ਸਦੀਆਂ ਤੀਕਰ ਜੀਣਾ ਚੱਜ ਦੇ ਸ਼ੇਰ ਤੇ ਚੱਜ ਦੇ ਬੰਦੇ ਮਾਂ ਨੇ ਤਜਮਾ ਲਿਖੋ ਮਿਸਰਾ ਦਖ ਤੇ ਰਹਿਣ ਦੇ ਬਾਪੀ ਅੱਖ ਤੇ ਰਹਿਣ ਦੇ ਮਿਸਰਾ ਦਖ ਤੇ ਰਹਿਣ ਦੇ। वाह जी वाह, कमाल हो गया जनाब। ਸ਼ਾਇਰ ਵਾਸਤੇ ਜ਼ਰੂਰੀ ਹੈ ਕਿ ਜਿਸ ਮਜ਼ਮੂਨ ਨੂੰ ਫੜੇ ਉਹਦੀ ਗੱਲ ਬਣਾਵੇ। ਪਹਿਲੇ ਤੋਂ ਮੌਜੂਦ ਖਿਆਲ ਨੂੰ ਸੋਧ ਲੈਣਾ ਕੋਈ ਸ਼ਾਇਰੀ ਨਹੀਂ, ਇਹਨੂੰ ਜੁਗਾਲੀ ਕਹੀਦਾ। ਇੱਥੇ ਮੇਰੇ ਹੌਸਲ ਪਹੁੰਚ ਜਾਣਾ, ਮੇਰੇ ਯਾਰਾਂ ਸੰਗੀਆਂ ਬੇਲੀਆਂ ਨੇ, ਫਕਰੀ ਨੇ, ਇਹ ਬਿੱਲੂ ਨੇ, ਅਕਰਮ ਨੇ, ਗੋਸ਼ੀ ਨੇ, ਅੰਮੂ ਨੇ। ਅੰਮੂ ਵੀ ਆਲਮਾਂ ਦਾ ਸੀ। ਹਾਏ ਹਾਏ ਉਸਤਾਦ ਨਾਲ ਵੇਖਿਆ, ਕਹਿੰਦੇ ਇਹ ਵਜ਼ਨ 'ਚ ਨਹੀਂ ਹੈਗਾ। ਮੈਂ ਕਿਹਾ ਜੀ ਮੋਠੀ ਦੀ ਪਾਈਆ ਪਾਈਆ ਦੁੱਧ ਪੱਤੀ ਦੀ ਚਾਹ ਦੀ ਸ਼ਰਤ ਲੱਗ ਗਈ ਉਸਤਾਦ ਜੀ। ਕਿਸੇ ਤਹਿਸੀਲ ਨੇ ਉਸਤਾਦ ਜੰਮਲ ਕਰੀਮ ਹਰਾਂ ਵਰਗਾ ਸਮਾਰਟ ਆਦਮੀ, ਖੁਸ਼ਗਵਾਰ ਆਦਮੀ ਤੇ ਨੈਣ ਨਕਸ਼ ਤੋਂ ਇੰਨਾ ਸੁਨੱਖਾ ਆਦਮੀ ਸ਼ਾਇਦ ਹੀ ਦੇਖਿਆ ਹੋਵੇ। ਵੱਲੀ, ਐਨਕੂ, ਕੱਕੀ ਉਸਤਾਦ ਜੀ ਇਹ ਚਾਰਾਂ ਦਾ ਤੋਤੀ ਸੀ ਭਾਈ। ਜ਼ਿਲ੍ਹਾ ਕਸੂਰਪੁਰ शेर के मामले च कब्बे सन। ये शायरी जो है ये रियाजत का काम है, नाअहल को तो हाथ लगाना हराम है। ये अच्छा जी। ਉਹਨਾਂ ਦੇ ਨਾ ਮੂਡ ਤੋਂ ਪਤਾ ਲੱਗ ਜਾਂਦਾ ਸੀ। ਗਜ਼ਲ ਚੰਗੀ ਏ ਉਡਿਆਨ ਦੇ ਸਲਾਮ ਦੇ ਕਾਬਲ ਜਮਰੇੜੀ ਆ ਹਾ ਇਹ ਉਹਨਾਂ ਦੇ ਦਾਦ ਦੇਣ ਦਾ ਅੰਦਾਜ਼ ਹੁੰਦਾ। ਇਹ ਜਿਸ ਸ਼ੇਰ ਤੇ ਜਿਸ ਗੱਲ ਤੇ ਉਹਨਾਂ ਐਵੇਂ ਕਹਿ ਦਿੱਤਾ ਪਤਾ ਲੱਗ ਜਾਂਦਾ ਸੀ ਕਿ ਇਹਦੇ ਵਿੱਚ ਕੁਛ ਹੈ। ਉਹਨੂੰ ਕੀਮਗਿਰੀ ਕਹਿੰਦੇ ਸੀ। ਵੱਡੇ ਸ਼ਾਇਰ ਸਨ, ਆਸ਼ਿਕ ਆਦਮੀ ਸਨ। ਮੈਂ ਕਹਿੰਦਾ ਉਹਨਾਂ ਤੋਂ ਵੱਡਾ ਸੋਸ਼ਲ ਸਾਇੰਟਿਸਟ ਹੀ ਕੋਈ ਨਹੀਂ ਸੀ ਯਾਰ। ਅੱਜ ਰੇ ਜੁੰਦਲੀ ਰਾਤ ਮਾਂ धरती पर है आसमां, कोई तो बन के रे उतरा मन के आंगना। जी बिस्मिल्लाहिर्रहमानिर्रहीम। मैं सैयद इजाद गिलानी, उर्दू कैनेडा ऑफिशियल साडा यूट्यूब चैनल एक नवे प्रोग्राम ਦੇ ਨਾਲ ਜਿੰਦੇ ਚ ਅਸੀਂ ਉਸਤਾਦ ਜਮਲ ਕਲੀਮ ਦੇ ਦੋਸਤਾਂ ਸ਼ਾਗਿਰਦਾਂ ਤੇ ਜਿਹਨਾਂ ਦੇ ਚਾਹਣ ਵਾਲਿਆਂ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ। ਤੇ ਇਸ ਤੋਂ ਪਹਿਲੇ ਕਿ ਅਸੀਂ ਕੋਈ ਗੱਲ ਕਰੀਏ ਕਿ ਅੱਜ ਕੌਣ ਨੇ ਸਾਡੇ ਨਾਲ, ਤੇ ਪਹਿਲੇ ਜ਼ਰਾ ਇੱਕ ਤੁਸੀਂ ਸ਼ਾਰਟ ਦੇਖੋ। ਇਹਦੇ 'ਚ ਉਸਤਾਦ ਜਮਲ ਕਲੀਮ ਕਿਹਨਾਂ ਦਾ ਜ਼ਿਕਰ ਕਰ ਰਹੇ ਨੇ। ਮੇਰੇ ਸ਼ਾਗਿਰਦਾਂ ਦੇ ਵਿੱਚੋਂ ਮੇਰਾ ਸਭ ਤੋਂ ਪਹਿਲਾ ਸ਼ਾਗਿਰਦ ਸੀ ਇਕਰਾਮ ਆਰਫੀ ਸੀ। ਕੀ ਹੈ ਤੇ ਬਹੁਤ ਆਲਾ ਸ਼ਾਇਰ ਹੈ। ਉਰਦੂ ਪੰਜਾਬੀ ਦੋਵੇਂ ਜ਼ਬਾਨਾਂ 'ਚ ਗਜ਼ਲ ਕਹਿੰਦਾ ਤੇ ਬਹੁਤ ਆਲਾ ਸ਼ਾਇਰ ਹੈ। ਬਿਲਕੁਲ ਸਹੀ ਬੁਝਿਆ ਜਾਣਿਆ ਕਿ ਅੱਜ ਸਾਡੇ ਨਾਲ ਉਸਤਾਦ ਜਮਲ ਕਲੀਮ ਦੇ ਪਹਿਲੇ ਤੇ ਉਹਨਾਂ ਦੇ ਬੜੇ ਚੇਤੇ ਸ਼ਾਗਿਰਦ ਜਨਾਬ ਇਕਰਾਮ ਆਰਫੀ ਸਾਡੇ ਨਾਲ ਨੇ, ਜਿਨ੍ਹਾਂ ਨੇ ਬੜਾ ਵਕਤ ਗੁਜ਼ਾਰਿਆ ਉਹਨਾਂ ਦੇ ਨਾਲ। ਔਰ ਸਹੀ ਜਿਹੜਾ ਹੈ ਨਾ, ਜਿਸ ਤਰ੍ਹਾਂ ਕਿ ਉਸਤਾਦ ਜਮਲ ਕਲੀਮ ਨੇ ਆਪਦੇ ਫੌਤ ਹੋਣ ਤੋਂ ਪਹਿਲੇ ਵੀ ਇਸ ਗੱਲ ਦਾ ਇਕਰਾਰ ਕੀਤਾ ਹੈ ਤੇ ਸਰਾਹਿਆ ਹੈ ਉਹਨਾਂ ਦੀ ਸ਼ਾਇਰੀ ਨੂੰ ਤੇ ਉਹਨਾਂ ਦੇ ਮੁਕਾਮ ਨੂੰ। ਤੇ ਅੱਜ ਉਹ ਸਾਡੇ ਨਾਲ ਮੌਜੂਦ ਨੇ। ਅਸੀਂ ਜਿਹੜੇ ਵੱਡੇ ਸੁਖਨਵਰ ਨੇ ਉਹਦੇ ਵੱਡੇ ਹੀ ਇਹ ਸਾਡੇ ਦੋਸਤ ਵੀ ਨੇ, ਤੇ ਅਸੀਂ ਇਹਨਾਂ ਨੂੰ, ਇਹਨਾਂ ਦੇ ਮੁਕਾਮ ਨੂੰ, ਇਹਨਾਂ ਦੇ ਫਨ ਨੂੰ ਸਰਾਹਣ ਵਾਲੇ ਵੀ ਹਾਂ, ਕਿਉਂਕਿ ਸੁਖਨਵਰ ਹੋਣਾ ਕੋਈ ਆਸਾਨ ਕੰਮ ਨਹੀਂ ਹੈ, ਔਰ ਉਹ ਵੀ ਸ਼ਾਇਰੀ ਦੇ ਵਿੱਚ। ਤੇ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ। ਤੇ ਮੈਂ ਇੱਥੇ ਗੱਲ ਕਰਨਾ ਬੜਾ ਜ਼ਰੂਰੀ ਸਮਝਦਾ। ਆਮ ਲੋਕਾਂ ਨੂੰ ਨਹੀਂ ਪਤਾ ਕਿ ਇਕਰਾਮ ਆਰਫੀ ਜਿਹੜੇ ਨੇ ਇਹ ਪਹਿਲੇ ਅਫਸਾਨਾ ਨਗਾਰ ਸਨ। ਸਾਡਾ ਜਿਹੜਾ ਮੈਗਜ਼ੀਨ ਸੀ ਚੁਣੀਆਂ ਤੋਂ ਅਸੀਂ ਸ਼ਾਇਰ ਕਰਦੇ ਸੀ, ਸਾਇਰ ਰੰਗ, ਉਹਦੇ ਵਿੱਚ ਅਸੀਂ ਇਹਨਾਂ ਦੇ ਅਫਸਾਨੇ ਵੀ ਛਾਪੇ ਨੇ। ਜਿਹੜੀ ਸੁਖਨਵਰੀ ਹੈ, ਸ਼ਾਇਰੀ ਹੈ, ਉਹਨੂੰ ਜਿੰਨਾ ਇਹਨਾਂ ਨੇ ਵਕਤ ਦਿੱਤਾ ਹੈ, ਮੈਂ ਨਹੀਂ ਸਮਝਦਾ ਕਿ ਤਜਮਲ ਕਲੀਮ ਦੇ ਹੋਰ ਕਿਸੇ ਸ਼ਾਗਿਰਦ ਨੇ ਇੰਨੀ ਰਿਆਜ਼ਤ ਕੀਤੀ ਹੋਵੇ, ਕਿਉਂਕਿ ਇਹਨਾਂ ਨੇ ਬੜਾ ਟੈਕਨੀਕਲੀ ਉਸਤਾਦ ਤਜਮਲ ਕਲੀਮ ਦੇ ਨਾਲ ਮੁਖਤਲਿਫ ਸ਼ਾਇਰੀ ਤੋਂ ਇਲਾਵਾ ਵੀ ਜਿਹੜੀਆਂ ਨੇ ਉਹ ਮਸ਼ਾਗਲ ਤੇ ਉਹਨਾਂ ਦੀ ਜ਼ਿੰਦਗੀ, ਉਹਨਾਂ ਦੇ ਮਾਮਲਾਤ ਨਿੱਜੀ ਸਾਰੇ ਜਿਹੜੇ ਨੇ ਫੈਮਿਲੀ ਦੇ ਨਾਲ, ਯਾਨੀ ਬੜਾ ਕਰੀਬ ਤੋਂ ਮੈਂ ਸਮਝਣਾ ਕਿ ਜਿੰਨਾ ਇਹਨਾਂ ਨੇ ਉਹ ਉਸਤਾਦ ਜੀ ਨੂੰ ਓਬਜ਼ਰਵ ਕੀਤਾ ਹੈ। ਤੇ ਅੱਜ ਮੈਨੂੰ ਲੱਗਦਾ ਹੈ ਕਿ ਉਹ ਸਾਰੀਆਂ ਜਿਹੜੀਆਂ ਨੇ ਨਾ
ਉਹਨਾਂ ਦੀਆਂ ਬੈਠਕਾਂ ਜਿਹੜੀਆਂ ਨੇ ਉਸਤਾਦ ਦੇ ਨਾਲ, ਤੇ ਉਹਨਾਂ ਨਾਲ ਜਿਹੜੀ ਉਹਨਾਂ ਦੀ ਯਾਨੀ ਇੱਕ ਨਿਆਜ਼ਮੰਦੀ ਜਿਹੜੀ ਹੈ ਖਾਸ ਤੌਰ ਤੇ ਜਿਹੜੀ ਜੋ ਉਹਨਾਂ ਨੇ ਹਾਸਲ ਕੀਤਾ ਹੈ, ਉਹਦੇ ਬਾਰੇ ਸਾਡੇ ਨਾਲ ਗੱਲਬਾਤ ਕਰਨਗੇ। ਤੇ ਆਓ ਗੱਲਬਾਤ ਕਰਨੇ ਆ। ਇਹਨਾਂ ਦੀ ਮਿਹਰਬਾਨੀ, ਜਿਹੜੇ ਮਸਰੂਫ ਹੋਣ ਦੇ ਬਾਵਜੂਦ ਇਹਨਾਂ ਨੇ ਟਾਈਮ ਦਿੱਤਾ ਹੈ, ਔਰ ਬੜੀ ਦੇਰ ਤੋਂ ਅਸੀਂ ਇੰਤਜ਼ਾਰ 'ਚ ਸੀ ਕਿ ਸਾਡੀ ਇਹ ਬੈਠਕ ਹੋਵੇ ਤੇ ਅਸੀਂ ਗੱਲਬਾਤ ਕਰੀਏ ਉਸਤਾਦ ਤਜਮੁਲ ਕਰੀਮ ਦੇ ਫਨ, ਉਹਨਾਂ ਦੀ ਸ਼ਾਇਰੀ, ਉਹਨਾਂ ਦੀ ਸ਼ਖਸੀਅਤ, ਉਹਨਾਂ ਦੇ ਜਿਹੜੇ ਫੈਮਿਲੀ ਦੇ ਮਾਮਲਾਤ ਨੇ, ਉਹਨਾਂ ਦਾ ਜਿਹੜਾ ਮਿਜ਼ਾਜ ਹੈ, ਸਾਰੀਆਂ ਚੀਜ਼ਾਂ। ਤੇ ਆਓ ਫਿਰ ਮਿਲਨੇ ਆ, ਬਿਲਾ ਤਾਕੀਦ ਜਿਹੜੀ ਉਹ ਗੱਲਬਾਤ ਸ਼ੁਰੂ ਕਰਨੇ। ਬੜੀ ਮਿਹਰਬਾਨੀ ਤੁਹਾਡੀ, ਤੁਸੀਂ ਮੁਹੱਬਤ ਫਰਮਾਈ, ਟਾਈਮ ਦਿੱਤਾ। ਬੜਾ ਮੁਸ਼ਕਲ ਹੁੰਦਾ ਹੈ, ਜ਼ਾਹਿਰ ਹੈ ਤੁਸੀਂ ਮਸਰੂਫ ਵੀ ਹੋ। ਤੇ ਉਸਤਾਦ ਤਜਮੁਲ ਕਰੀਮ ਜਿਹੜੇ ਨੇ, ਉਹਨਾਂ ਨੇ ਜਿਹੜੀ ਬਿਮਾਰੀ ਕੱਟੀ ਹੈ, ਮਸਲ ਜਿਹੜੇ ਉਹ ਜਰੀ ਬੰਦੇ ਸਨ, ਉਹਨਾਂ ਦੀ ਸਿਹਤ ਸੀ, ਮਾਮਲਾਤ ਸੀ, ਇਸੇ ਤਰ੍ਹਾਂ ਬਿਮਾਰੀ ਜਿਹੜੀ ਹੈ ਉਹ ਜਦੋਂ ਕਿਸੇ ਤੇ ਆ ਜਾਂਦੀ ਤੇ ਫਿਰ ਉਹਨੂੰ ਕੱਟਣਾ ਜਿਹੜਾ ਹੈ ਨਾ, ਇੱਕ ਦਲੇਰੀ ਔਰ ਬਹਾਦਰੀ ਦੇ ਨਾਲ ਹੀ ਬੜਾ ਵੱਡਾ ਕੰਮ ਹੁੰਦਾ ਹੈ। ਤੇ ਬਿਲਾਖਰ ਚਲੇ ਗਏ। ਤੇ ਤੁਸੀਂ ਕੀ ਸਮਝਦੇ ਹੋ ਉਹਨਾਂ ਦੇ ਚਲੇ ਜਾਣ ਤੇ, ਫੌਤ ਹੋਣ ਤੇ? ਤੁਹਾਨੂੰ ਕਿਵੇਂ ਲੱਗਦਾ ਹੈ? हाँ गिलानी मियाँ, एजाज तेरा उर्दू कनाडा सलामत, तू सलामत, दोस्त सलामत। ਆਪਾਂ ਤਾਂ ਇਸ ਵੱਡੇ ਸ਼ਹਿਰ ਨੂੰ ਉਦੋਂ ਦੇ ਵੇਖਣ ਲੱਗੇ ਹਾਂ ਜਦੋਂ ਐਡੇ ਐਡੇ ਇਜਾਜ਼ ਇਹਦੇ ਆ ਨਾ। ਜੀ ਜੀ ਜੀ, ਬਿਲਕੁਲ, ਬੇਸ਼ੱਕ, ਬਿਲਕੁਲ ਠੀਕ ਕਹਿ ਰਹੇ ਹੋ। ਤੇ ਸਾਰੀ ਉਮਰ ਹੰਡਾਈ, ਥਾਟ ਪ੍ਰੋਸੈਸ ਉਸਤਾਦ ਹਰਾਂ ਦੱਸਿਆ, ਬਹਿਰਾਂ ਦਾ ਇਲਮ ਉਸਤਾਦ ਹਰਾਂ ਦੱਸਿਆ। ਤੁਹਾਨੂੰ ਪਤਾ ਮੁੱਠੀ ਚਾਹ ਵਾਲਾ ਹੁੰਦਾ ਸੀ ਆਪਣੀ ਨੁੱਕਰ 'ਤੇ ਚੌਕ ਪੀਰ ਜਾਂਦੀਆਂ, ਉਹਦੇ ਕੋਲ ਉਹਦੀ ਦੁੱਧ ਪੱਤੀ ਉਸਤਾਦ ਹਰਾਂ ਨੂੰ ਪਸੰਦ ਸੀ, ਉਹ ਪੀਂਦੇ ਹੁੰਦੇ ਸਨ। ਮੇਰੀਆਂ ਦੇ ਅੱਖਾਂ ਦੇ ਸਾਰੇ ਮਨਾਦਰ ਨਾਲ ਨੇ, ਉਸਤਾਦ ਜੀ ਹਰਾਂ ਦੇ ਘਰ ਬਹਿਣਾ, ਉਸਤਾਦ ਹਰਾਂ ਸਿਖਾਉਣਾ ਸਾਰਾ। ਅੱਜ ਉਹ ਨਹੀਂ ਸਾਡੇ ਦਰਮਿਆਨ, ਅਫਸੋਸ ਹੈ, ਹਰ ਜ਼ੀਰੂ ਨੂੰ ਜਾਣਾ ਹੈ, ਲੇਕਿਨ ਖੁਸ਼ੀ ਇਸ ਗੱਲ ਦੀ ਹੈ ਕਿ ਉਹ ਨਹੀਂ ਹੋ ਕੇ ਵੀ ਹੈ ਨੇ, ਵਗਰਨਾ ਆਪਾਂ ਇਹ ਗੱਲ ਨਾ ਕਰਦੇ ਹੁੰਦੇ। ਦੇਖੇ ਇੱਥੇ ਹੀ ਉਸਤਾਦ ਜੀ ਦਾ ਇੱਕ ਸ਼ੇਰ ਹੈ, ਉਹ ਜਨਾਬ ਦੇ ਇਸ ਸਵਾਲ ਨੂੰ ਬਿਹਤਰ ਐਡਰੈਸ ਕਰਦਾ ਹੈ ਕਿ ਦੋਵਾਂ ਸਦੀਆਂ ਤੀਕਰ ਜੀਣਾ, ਦੋਹਾਂ ਸਦੀਆਂ ਤੀਕਰ ਜੀਣਾ, ਚੱਜ ਦੇ ਸ਼ੇਰ ਤੇ ਚੱਜ ਦੇ ਬੰਦੇ। ਤੇ ਉਸਤਾਦ ਹਰੀ ਤੱਕ ਕੈਸੇ ਹੀ ਸੁਚੱਜੇ ਸਨ, ਅੱਲਾ ਦੀ ਰਹਿਮਤ ਨਾਲ, ਕੈਸੇ ਚੱਜ ਦੇ ਸ਼ੇਰ ਕਹਿੰਦੇ ਸਨ। ਲਿਹਾਜ਼ਾ ਉਹ ਜਾ ਕੇ ਵੀ ਸਾਡੇ ਨਾਲ ਨੇ, ਅੱਲਾਹ ਤਾਲਾ ਉਹਨਾਂ ਨੂੰ ਘਰੇ ਕੇ ਰਹਿਮਤ ਕਰੇ। ਦੋਸਤੋ, ਅੱਛਾ ਇਹ ਦੱਸੋ ਵੀ ਸ਼ਿਵ ਕੁਮਾਰ ਬਟਾਲਵੀ ਜਿਹੜੇ ਨੇ ਚੜ੍ਹਦੇ ਪੰਜਾਬ 'ਚ ਜਿਹੜੀ ਉਹਨਾਂ ਨੇ ਨਜ਼ਮ ਕਹਿ ਛੱਡੀ ਹੈ ਜਾਂ ਜਿਹੜਾ ਮੁਕਾਮ ਹਾਸਲ ਕੀਤਾ ਹੈ, ਉਹਨੂੰ ਕੁਝ ਕਹਿਣਾ ਉਹਦੇ ਬਾਰੇ, ਉਹ ਯਾਨੀ ਇੰਝ ਹੀ ਹੈ ਕਿ ਦੋ ਰਾਏ ਹੀ ਨਹੀਂ ਹੋ ਸਕਦੀਆਂ ਕਿ ਉਹਨਾਂ ਦਾ ਜਿਹੜਾ ਮੁਕਾਮ ਹੈ ਪੰਜਾਬੀ ਨਜ਼ਮ ਦੇ ਵਿੱਚ ਉਹ ਬਹੁਤ ਉੱਚਾ ਹੈ। ਅੱਛਾ, ਫਿਰ ਅਸੀਂ ਜਦੋਂ ਦੇਖਦੇ ਹਾਂ ਉਸਤਾਦ ਤਜਮੁਲ ਕਰੀਮ, ਉਹਨਾਂ ਨੇ ਫਿਕਰ ਤੇ ਜਿਹੜਾ ਉਹਦੇ 'ਚ ਫਲਸਫਾ ਤੇ ਜਿਹੜੀ ਸਮਾਜ ਦੀ ਗੱਲਬਾਤ ਕੀਤੀ ਹੈ, ਉਹ ਵੀ ਬੜਾ ਵੱਡਾ ਕੰਮ ਹੈ। ਲੇਕਿਨ ਕਿਉਂਕਿ ਤੁਸੀਂ ਆਪ ਵੀ ਉਸਤਾਦ ਹੋ ਤੇ ਤੁਹਾਡਾ ਜਿਹੜਾ ਸੁਖਨਵਰੀ ਹੈ ਉਹ ਬਹੁਤ ਲੈਵਲ 'ਤੇ ਹੁੰਦਾ, ਔਰ ਅਸੀਂ ਚਾਹਾਂਗੇ ਕਿ ਤੁਸੀਂ ਇਹ ਜਿਹੜਾ ਦੋਨਾਂ ਵੱਡੇ ਸ਼ਹਿਰਾਂ ਦਾ, ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ, ਉਹਨਾਂ ਦਾ ਅਗਰ ਨਤਾਰਾ ਕਰੋ, ਉਹਨਾਂ ਦੇ ਫਨ ਦਾ, ਫਿਕਰ ਦਾ ਤੇ ਸ਼ਾਇਰੀ ਦਾ, ਤੇ ਉਹ ਕਿਵੇਂ ਹੋਏਗਾ? ਸ਼ਿਵ ਜੀ ਚੜ੍ਹਦੇ ਦੇ ਵੱਡੇ ਸ਼ਾਇਰ, ਮਾਂ ਨੇ ਸ਼ਿਵ ਇੱਕੋ ਜੰਮਿਆ ਜਿਵੇਂ ਮਾਂ ਨੇ ਤਜਮੁਲ ਇੱਕੋ ਜੰਮਿਆ। ਸ਼ਿਵ ਜੀ ਕਹਿੰਦੇ ਨੇ, ਉਹ ਜੀ ਬਟਾਲੇ ਦੇ ਆ, ਆਏ ਹਾਏ ਹਾਏ, ਲੋਕੀ ਪੂਜਨ ਰੱਬ, ਮੈਂ ਤੇਰਾ ਬਿਰਹੜਾ, ਲੋਕੀ ਪੂਜਨ ਰੱਬ, ਮੈਂ ਤੇਰਾ ਬਿਰਹੜਾ। ਸਾਨੂੰ 100 ਮੱਕਿਆਂ ਦਾ ਹੱਜ, ਵੇ ਸਾਨੂੰ 100 ਮੱਕਿਆਂ ਦਾ ਹੱਜ, ਵੇ ਤੇਰਾ ਬਿਰਹੜਾ, ਲੋਕੀ
ਪੂਜਨ ਰੱਬ। ਤੇ ਉਸਤਾਦ ਤਜਮਲ ਕਲੀਮ ਸਾਹਿਬ ਗਜ਼ਲ 'ਚ ਕੀ ਕਹਿੰਦੇ ਨੇ? ਹਾਏ 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 ਹਾਏ, ਮਿਸਰਾ ਦਖ ਤੇ ਰਹਿਣ ਦੇ, ਮਿਸਰਾ ਦਖ ਤੇ ਰਹਿਣ ਦੇ, ਬਾਕੀ ਅੱਖ ਤੇ ਰਹਿਣ ਦੇ, ਮਿਸਰਾ ਦਖ ਤੇ ਰਹਿਣ ਦੇ। ਵਾਹ ਜੀ ਵਾਹ, ਕਮਾਲ ਹੈ, ਕਮਾਲ ਹੋ ਗਿਆ ਜਨਾਬ। ਇਜਾਜ਼ ਸ਼ਿਵ ਸਾਹਿਬ ਦੀ ਨਜ਼ਮ ਦਾ ਮੈਂ ਦੋ ਮਿਸਰੇ ਗੁਣਗੁਣਾਏ ਨੇ, ਤੇ ਉਸਤਾਦ ਹਰਾਂ ਦੀ ਗਜ਼ਲ ਦਾ ਇੱਕ ਮਤਲਾ ਗੁਣਗੁਣਾਇਆ ਹੈ। ਬਾਰੀਕ ਸਮਾਤਾਂ ਔਰ ਜ਼ਹਿਨਾਂ ਵਾਲੇ ਬਖੂਬੀ ਸਮਝ ਸਕਦੇ ਨੇ ਕਿ ਸ਼ਿਵ ਕੁਮਾਰ ਜਿਹੜਾ ਹੈ ਨਾ, ਉਹਨੂੰ ਅਸੀਂ ਬਿਰਹੋਂ ਦਾ ਸੁਲਤਾਨ ਵੀ ਕਹਿੰਦੇ ਹਾਂ। ਸ਼ਿਵ ਕੁਮਾਰ ਨੇ ਆਪਣੀ ਜ਼ਾਤ ਖੁਰਚ ਕੇ ਜੁਦਾਈ ਦੇ ਜਿਹੜੇ ਜਿਹੜੇ ਨਵੇਂ ਰੰਗ ਖਲਕਤ ਨੂੰ ਵੰਡੇ ਨੇ, ਉਹਨਾਂ ਨੇ ਸ਼ਿਵ ਨੂੰ ਵਡਿਆਇਆ ਹੈ। ਤੇ ਉਸਤਾਦ ਹਰੀ ਸਮਾਜੀ ਦਾਨਸ਼, ਵਸੇਬ ਦੀ ਦਾਨਸ਼, ਇੱਕ ਆਮ ਬੰਦੇ ਮਰੜੇ ਦਾ ਦੁੱਖ, ਉਹਨੂੰ ਇਸ ਤਰ੍ਹਾਂ ਆਪਣੇ ਅੰਦਰ ਦੇ ਦੁੱਖ ਨਾਲ ਮਿਲਾ ਕੇ ਤੇ ਖਲਕਤ ਦੇ ਸਾਹਮਣੇ ਆਪਣੀਆਂ ਲਿਖਤਾਂ ਰੱਖੀਆਂ ਨੇ ਕਿ ਜਿਹੜੇ ਉਹਨਾਂ ਨੂੰ ਵੱਡਿਆਂ ਕਰਦੀਆਂ ਨੇ। ਲਿਹਾਜ਼ਾ ਦੋਵੇਂ ਜਿਹੜੇ ਨੇ ਨਾ, ਆਪਣੇ ਆਪਣੇ ਜਨਰੇ ਦੇ, ਆਪਣੇ ਆਪਣੇ ਡੋਮੇਨ ਦੇ, ਆਪਣੇ ਆਪਣੇ ਸਹਜ ਦੇ, ਆਪਣੇ ਆਪਣੇ ਸੁਭਾਅ ਦੇ ਵੱਡੇ ਸ਼ਾਇਰ ਨੇ। ਇਸੇ ਪਾਰੋਂ ਕਿ ਜਿਹੜਾ ਮਜ਼ਮੂਨ ਉਹ ਲਿਖਿਆ ਹੈ, ਜਿਹੜੀ ਗੱਲ ਨੂੰ ਸੋਧਣ ਦਾ ਇਰਾਦਾ ਕੀਤਾ ਹੈ, ਸ਼ਿਵ ਨੇ ਆਪਣੀ ਨਜ਼ਮ ਰਾਈ ਤੇ ਉਸਤਾਦ ਤਜਮਲ ਕਲੀਮ ਸਾਹਿਬ ਨੇ ਆਪਣੀ ਗਜ਼ਲ ਰਾਈ ਮੁਕੰਮਲ ਤਰ ਕਰਕੇ, ਮੀਨ ਮੇਖ ਤੋਂ ਦਰੁਸਤ ਕਰਕੇ, ਪੱਕੀ ਪੀੜੀ ਕਰਕੇ, ਕਰਾਫਟ ਔਰ ਫਨੀ ਲਵਾਜ਼ਮਾਤ ਨੂੰ ਯਕਜਾ ਕਰਕੇ ਦੁਨੀਆ ਦੇ ਸਾਹਮਣੇ ਰੱਖੀ ਹੈ। ਲਿਹਾਜ਼ਾ ਸ਼ਿਵ ਜੀ ਉਧਰ ਦੇ ਵੱਡੇ ਨਜ਼ਮ ਦੇ ਵੱਡੇ ਸ਼ਾਇਰ ਤੇ ਉਸਤਾਦ ਮੁਹਤਰਮ ਗਜ਼ਲ ਦੇ ਵੱਡੇ ਸ਼ਾਇਰ। ਤੇ ਬਾਕੀ ਗੱਲ ਪਤਾ ਕੀ ਹੁੰਦੀ ਹੈ, ਤੁਸੀਂ ਬਰੀਕ ਹੋ, ਗੱਲ ਇਹ ਹੁੰਦੀ ਹੈ ਕਿ ਸ਼ਾਇਰ ਸ਼ਾਇਰ ਹੁੰਦਾ ਹੈ। ਉਹ ਉਰਦੂ ਦਾ ਹੋਵੇ, ਉਹ ਪੰਜਾਬੀ ਦਾ ਹੋਵੇ, ਉਹ ਸਪੈਨਿਸ਼ ਦਾ ਹੋਵੇ, ਉਹ ਅੰਗਰੇਜ਼ੀ ਦਾ ਹੋਵੇ, ਉਹ ਰੂਸੀ ਦਾ ਹੋਵੇ, ਉਹ ਨਜ਼ਮ ਦਾ ਹੋਵੇ, ਗਜ਼ਲ ਦਾ ਹੋਵੇ। ਮੇਰੀ ਇਸ ਗੱਲ ਨੂੰ ਇਵੇਂ ਚਚਰਨਾ ਹੈ ਕਿ ਅਗਰ ਇੱਕ ਸ਼ਾਇਰ ਹੈ, ਉਹ ਉਰਦੂ ਦਾ ਹੈ ਤੇ ਉਹਦੇ ਕੋਲ ਗੱਲ ਨਹੀਂ ਬਣੀ ਤੇ ਮਰੇੜਾ ਹੈ। ਇੱਕ ਸ਼ਾਇਰ ਸਪੇਨ ਅੰਗਰੇਜ਼ੀ ਦਾ ਹੈ ਤੇ ਉਹਦੇ ਕੋਲ ਗੱਲ ਨਹੀਂ ਬਣੀ ਤੇ ਉਹ ਉਧਰੋਂ ਮਰੇੜਾ ਹੈ। ਗੱਲ ਬਣਾਉਣੀ ਜ਼ਰੂਰੀ ਹੈ। ਹਮੇਸ਼ਾ ਉਸਤਾਦ ਮੁਹਤਰਮ ਕਹਿੰਦੇ ਵੀ ਇਹੋ ਹੀ ਸਾਨੂੰ ਟੁਰ ਗਿਆ ਦੁਨੀਆ ਤੋਂ। ਸ਼ਾਇਰ ਵਾਸਤੇ ਜ਼ਰੂਰੀ ਹੈ ਕਿ ਜਿਸ ਮਜ਼ਮੂਨ ਨੂੰ ਫੜੇ ਉਹਦੀ ਗੱਲ ਬਣਾਵੇ, ਉਹਦੇ 'ਚ ਗਨਾਈ ਲਹਿਜਾ ਹੋਵੇ, ਗਨਾਈ ਉਹਦੇ 'ਚ ਮੁਤਰੰਨਮ ਪਨ ਹੋਵੇ, ਉਹਦੇ 'ਚ ਮੁਕੰਮਲ ਗੱਲ ਹੋਵੇ, ਲੱਗੇ ਕਿ ਅਦਮ ਤੋਂ ਵਜੂਦ ਵਿੱਚ ਕੋਈ ਸ਼ੈ ਆਈ ਹੈ। ਪਹਿਲੇ ਤੋਂ ਮੌਜੂਦ ਖਿਆਲ ਨੂੰ ਸੋਧ ਲੈਣਾ ਕੋਈ ਸ਼ਾਇਰੀ ਨਹੀਂ, ਇਹਨੂੰ ਜੁਗਾਲੀ ਕਹੀਦਾ। ਨਾ ਸ਼ਿਵ ਜੀ ਨੇ ਜੁਗਾਲੀ ਕੀਤੀ ਤੇ ਨਾ ਉਸਤਾਦ ਮੁਹਤਰਮ ਤਜਮਲ ਸਾਹਿਬ ਨੇ ਜੁਗਾਲੀ ਕੀਤੀ, ਬਲਕਿ ਮੁਖਾਲਫ ਸਨ। ਅਸੀਂ ਤਾਂ ਕੋਲ ਬੈਠੇ ਉਹਨਾਂ ਦੇ। ਉਹ ਕਹਿੰਦੇ ਸੀ ਸ਼ੇਰ ਭਾਈ ਕੀਮਗਿਰੀ ਹੁੰਦੀ ਹੈ, ਨਵੀਂ ਗੱਲ ਨਵੇਂ ਤਰੀਕੇ ਨਾਲ ਕਰ ਸਕਦੇ ਹੋ ਤੇ ਠੀਕ ਹੈ, ਬਾਕੀ ਲੱਗੇ ਰਹੋ ਲੱਗੇ ਰਹੋ। ਇਹ ਗੱਲ ਹੈ। ਅੱਛਾ, ਇਹ ਤਾਂ ਅਸੀਂ ਤੁਹਾਡੇ ਕੋਲੋਂ ਸਵਾਲ ਪੁੱਛ ਲਿਆ ਦੋ ਵੱਡੇ ਸ਼ਾਇਰਾਂ ਦਾ, ਔਰ ਤੁਸੀਂ ਬੜਾ ਖੂਬਸੂਰਤ ਜਵਾਬ ਦਿੱਤਾ ਹੈ। ਫਿਰ ਤੁਸੀਂ ਜਿਹੜਾ ਤਰੰਨਮ ਨਾਲ ਜਿਹੜੀ ਉਹਦੇ 'ਚ ਯਾਨੀ ਗਾਇਕੀ ਦਾ, ਮੂਸੀਕੀ ਦਾ ਤੇ ਬਹਿਰ ਜਿਹੜੀ ਉਹਦੇ ਵਿੱਚ, ਉਹ ਤੁਸੀਂ ਸਾਰਾ, ਮਿਹਰਬਾਨੀ ਤੁਹਾਡੀ, ਤੁਸੀਂ ਸਾਨੂੰ ਸਾਡੇ ਸੁਣਨ ਵਾਲਿਆਂ ਵਾਸਤੇ ਜਿਹੜਾ ਉਹ ਪੇਸ਼ ਕੀਤਾ ਹੈ। ਤੇ ਅਸੀਂ ਇਹ ਚਾਹਾਂਗੇ ਕਿ ਬੜਾ ਦਿਲਚਸਪ ਵੀ ਹੋਏਗਾ ਕਿ ਤੁਹਾਡੀ ਸ਼ਾਇਰੀ ਦੇ ਹਵਾਲੇ ਨਾਲ ਉਸਤਾਦ ਤਜਮਲ ਕਲੀਮ ਹੋਰਾਂ ਨਾਲ ਜਿਹੜੀ ਪਹਿਲੀ ਮੁਲਾਕਾਤ ਹੈ ਉਹ ਕਿੱਥੇ ਤੇ ਕਦੋਂ ਹੋਈ? ਇਹ ਸੁਣ ਲਓ ਗਿਲਾਨੀ ਸਾਹਿਬ, ਕਿਆ ਦਿਲਚਸਪ ਸਵਾਲ ਕੀਤਾ ਹੈ। ਆਮ ਤੌਰ 'ਤੇ ਭੁੱਲ ਜਾਂਦੀਆਂ ਨੇ ਇਹੋ ਜਿਹੀਆਂ ਚੀਜ਼ਾਂ, ਵੇਲਾ ਲੰਘ ਜਾਂਦਾ ਹੈ। ਮੱਲਾ ਰਸੂਲਪੁਰਾ ਵਿੱਚ ਉਸਤਾਦ ਮੁਹਤਰਮ ਹੁੰਦੇ ਸੀ। ਅੱਛਾ, ਉਦੋਂ ਮੱਲਾ ਰਸੂਲਪੁਰਾ 'ਚ ਅਜੇ ਨਹੀਂ ਆਏ ਸਨ। ਮੱਲਾ ਰਸੂਲਪੁਰਾ 'ਚ ਉਸ ਤੋਂ ਕਾਫੀ ਬਾਅਦ ਵਿੱਚ ਆਏ ਸਨ। ਉਦੋਂ ਇਹ ਖਜੂਰ ਵਾਲੀ ਮਸੀਤ ਨਾਲ ਰਹਿੰਦੇ ਹੁੰਦੇ ਸਨ। ਉਦੋਂ ਘਰ ਉੱਥੇ ਸੀ ਉਸਤਾਦ ਹਰਾਂ ਦਾ, ਅਤੇ ਸਾਡਾ ਘਰ ਹੁੰਦਾ ਸੀ ਮੱਲਾ ਗੌਸੀਆਬਾਦ ਵਾਲੀ ਗਲੀ ਵਿੱਚ, ਜਿਹਦੀ ਨੁੱਕਰ 'ਤੇ ਖੂਹ ਹੈ, ਉਸ ਗਲੀ ਵਿੱਚ। ਹੁਣ ਖੂਹ ਪੂਰਿਆ ਗਿਆ। ਹਾਏ ਹਾਏ ਹਾਏ, ਉਹ ਕਿਵੇਂ ਪੂਰਿਆ ਗਿਆ ਇਹ ਵੀ ਦੱਸਾਂਗਾ, ਅਤੇ ਉਹਦੇ ਬੈਨੀਫਿਸ਼ਰੀ ਕੌਣ ਨੇ, ਕਿੱਥੋਂ ਇਹ ਗੱਲ ਟੁਰੀ ਸੀ ਇਹ ਵੀ ਦੱਸਾਂਗਾ। ਅੱਛਾ,
ਚਾਚਾ ਬਾਊ ਅਲੀ ਸ਼ਾਕਰ ਦੋੜੇ ਦਾ ਕਮਾਲ ਸ਼ਾਇਰ, ਉਹ ਹੁੰਦੇ ਸਨ ਸਾਡੀ ਗਲੀ ਦੇ ਨਾਲ, ਉਹਨਾਂ ਦਾ ਘਰ ਹੁੰਦਾ ਸੀ ਤੇ ਸਾਡੇ ਘਰ ਦੇ ਐਨ ਸਾਹਮਣੇ ਉਹਨਾਂ ਦਾ ਮਾਲ ਡੰਗਰ ਵੱਜਦਾ ਸੀ ਹਵੇਲੀ ਵਿੱਚ। ਅੱਛਾ ਉਹ ਜਨਾਬ ਹਾਏ 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 ਹਾਏ, ਮੈਨੂੰ ਮੂਮੀ ਤੌਰ 'ਤੇ ਨਾਂ ਭੁੱਲਦਾ ਤਾਂ ਨਹੀਂ, ਲੇਕਿਨ ਉਹ ਮਾਲ ਡੰਗਰ ਦੀ ਫਸਤ ਵਾਸਤੇ ਚਾਚਾ ਜੀ ਅਸੀਂ ਕਹਿੰਦੇ ਸਾਂ ਉਹਨੂੰ, ਬਾਬਾ ਵੀ ਕਦੀ ਕਹਿ ਲਈਦਾ ਸੀ, ਉਹ ਉੱਥੇ ਤਾਇਨਾਤ ਹੁੰਦੇ ਸੀ। ਅਤੇ ਐਵੇਂ ਨਾ ਮੇਰੀ ਮਾਂ ਨੇ ਜਿਹੜਾ ਨਾ ਕਹਿਣਾ ਕਿ ਲੈ ਪੁੱਤਰ ਹੈ ਜਰਾ ਚਾਚੇ ਨੂੰ ਰੋਟੀ ਤਾਂ ਦੇ ਆ, ਅਤੇ ਮੈਂ ਜਾਣਾ ਤੇ ਮਾਲ ਡੰਗਰ ਵੱਜਾ ਹੋਣਾ। ਹਾਏ ਹਾਏ ਅਲੀ ਸ਼ਾਕਰ ਸੁਣ ਰਿਹਾ। ਅੱਛਾ ਉਹ ਇਹ ਗੱਲ ਹੋ ਗਈ। ਘਰ ਜਿਹੜਾ ਅਲੀ ਸ਼ਾਕਰ ਦਾ ਹੁੰਦਾ ਸੀ ਨਾ, ਉਹ ਸੜਕ ਦੇ ਐਨ ਕਿਨਾਰੇ 'ਤੇ ਹੁੰਦਾ ਸੀ, ਸੜਕ ਦੇ ਉੱਤੇ। ਅਲੀ ਸ਼ਾਕਰ ਅਤੇ ਉਸਤਾਦ ਮੁਹਤਰਮ ਤਜਮੁਲ ਕਰੀਮ ਸਾਹਿਬ ਆਪਸ ਦੇ ਜਨਮ ਦੇ ਸਾਥੀ ਸਨ, ਪਹਿਲਾਂ ਦੇ ਦੋਸਤ ਸਨ। ਇਹ ਕਿਵੇਂ ਸਨ ਕਦੀ ਇਹਨਾਂ ਕੋਲ ਪੁੱਛਣਾ। ਮੈਂ ਤੁਹਾਨੂੰ ਦੱਸਾਂ, ਇਹਨਾਂ ਦੋਵਾਂ ਨਾ ਉਸਤਾਦ ਹਰਾਂ ਨੇ ਆਪਣੇ ਘਰੋਂ ਨਿਕਲ ਕੇ ਨਾ ਬਾਹਰ ਮਾਚਾ ਪਿਆ ਹੁੰਦਾ ਸੀ, ਵੱਡੀ ਚਾਰਪਾਈ ਟਾਇਰਾਂ ਨਾਲ, ਉਹਦੀ ਅਦਵੈਨ ਨਹੀਂ ਜਿਹਦੀ ਬਣੀ ਹੁੰਦੀ, ਅਤੇ ਉਹ ਸਾਰਾ ਕੁਝ ਉਸ ਹੁਣ ਮਾਚੇ 'ਤੇ ਬਹਿਣਾ ਕਿੰਨੇ ਰਾਣਾ ਸਈਦ ਅਖਤਰ ਸਾਹਿਬ ਅੱਲਾ खुश रखे, क्या शायर ने। उस्ताद मोहतरम अली शाकर, हाँ एक होर नाम इजाज वेखी काजी इनाम साहब, जिन्हों को मैनू चिट्टा कैप्टन सिगरेट पीन की आदत पाई। वो चिट्टा कैप्टन पींदा ही काजी इनाम साहब, अल्लाह बख्शे, अल्लाह गरीके रहमत करे। सरदार शुएब होर भी दोस्त इस तरह। अच्छा उत्थे बैठे होने तो उस्ताद तजमल कलीम साहब और राणा सईद अख्तर साहब ने ना परवीन शाकर का तूती बोलता सी, उदा अहमद फराज साहब का, फैज़ साहब का, मुनीर न्याजी साहब का, इन्हां ते बहस करनी, इन्हां दे शेर सुनाने, डिस्कस होनी, ते नाल क्रिकेट खेडते सन। मैं गली चों निकलना, ज़ाहिर है हुण बाबू शाकर जिहड़ा नाल गली च साडा घर ते कस्बा भी चूनियां, इन्ना कोई वड्डा नहीं सी, ते उत्थे बह जाना ते सुनना इन्हां नूं शेर सुनने, गल्लां क्रिकेट दियां करनियां। हाँ मैलकम मार्शल उन्हां दिनां च वैस्ट इंडीज़ का बड़ा बॉलर, क्राफ्ट, हाँ जी काली आंधी उन्हां दिनां च मशहूर सी वैस्ट इंडीज़। ते मैं बड़े शौक नाल गल्लां सुनियां। इन्हां कोलों कोई 4-5 बारे छोटा हुंदा सा, उस्ताद जी कोलों कुछ 6 बारे छोटा, ते अली शाकर कोलों मेरा 4-3-4 या बराबर ही शायद होइए। ते ओह ना बड़े मैनूं अच्छे लगने वो शेर, वो सारी गुफ्तगू, सारा कुछ। उदों हाई स्कूल मैं पढ़दा हुंदा सा। अच्छा हाई स्कूल करके मैं कॉलेज लाहौर आ गया, तो लाहौर अजे उदों घर शर नहीं सी साडे, ते मैं हफ्ते बाद फिर जाना चूनियां, बैग भर लेना कपड़ियां दा घरों तो आके, फिर जिहड़ी एक हुंदी आम तौर ते, फिर उत्थे बह जाना, बैठना अच्छा लगना, गुफ्तगू होनी, सारा कुछ। ਉਹ ਜਦੋਂ ਮੈਂ 2 ਵਰੇ ਬਾਅਦ 3 ਵਰੇ ਬਾਅਦ ਜਦੋਂ ਮੈਂ FSC ਕਰ ਲਈ, FSC ਸੁਪੀਰੀਅਰ ਸਾਇੰਸ ਕਾਲਜ ਤੋਂ, ਉਦੋਂ ਫਿਰ ਉਸ ਤੋਂ ਬਾਅਦ ਮੇਰਾ ਦਾਖਲਾ ਹੋ ਗਿਆ ਜ਼ਰੀ ਯੂਨੀਵਰਸਿਟੀ ਫੈਸਲਾਬਾਦ ਵਿੱਚ, ਉੱਥੇ ਚਲਾ ਗਿਆ। ਉਦੋਂ ਵੀ ਅਜੇ ਘਰ ਨਹੀਂ ਬਣਿਆ ਸੀ, ਉਦੋਂ ਤੱਕ ਵੀ ਅਜੇ ਉੱਥੋਂ ਵੀ ਐਵੇਂ ਕਰਨਾ ਜੀ ਕਿ ਉੱਥੇ ਮੇਰੇ ਹੌਸਟਲ ਪਹੁੰਚ ਜਾਣਾ। ਮੇਰੇ ਯਾਰਾਂ ਸੰਗੀਆਂ ਬੇਲੀਆਂ ਨੇ, ਫਕਰੀ ਨੇ, ਬਿੱਲੂ ਨੇ, ਅਕਰਮ ਨੇ, ਗੋਸ਼ੀ ਨੇ, ਅੰਮੂ ਨੇ, ਅੰਮੂ ਮੀਰ ਆਲਮਾਂ ਦਾ ਸੀ, ਹਾਏ ਹਾਏ ਹਾਏ। ਅਤੇ ਇਹਨਾਂ ਵੀ ਪਹੁੰਚ ਜਾਣਾ ਉੱਥੇ, ਹੌਸਟਲ ਵੀ ਫੈਸਲਾਬਾਦ, ਅਤੇ ਇਹਨਾਂ ਨਾਲ ਮੈਂ ਫਿਰ ਇੱਥੇ ਆ ਜਾਣਾ। ਕਿਆ ਟਾਈ ਅਪ ਹੁੰਦਾ ਸੀ ਯਾਰ, ਆਕੀ ਕ੍ਰਿਕਟ ਵੀ ਖੇਡਣੀ। ਫਿਰ ਬਈ ਦੋਸਤੋ ਪਤਾ ਹੀ ਨਹੀਂ ਲੱਗਾ ਕਿ ਇੱਕ ਦਿਨ ਮੈਂ ਕੋਈ 2-3 ਲਿਖਤਾਂ ਲੈ ਕੇ ਅਤੇ ਉਸਤਾਦ ਹਰਾਂ ਕੋਲ ਪਹੁੰਚਿਆ। ਉਸਤਾਦ ਹਰਾਂ ਦੀ ਸ਼ਾਪ ਹੁੰਦੀ ਸੀ ਉਹਨਾਂ ਦਿਨਾਂ 'ਚ, ਵੀਡੀਓ ਕੈਸਟਸ ਦੀ, ਇਸ ਤਰ੍ਹਾਂ ਦੀ। ਉਹਨਾਂ ਕੋਲ ਪਹੁੰਚਿਆ, ਮੈਂ ਕਿਹਾ ਉਸਤਾਦ ਜੀ ਇਹ ਵੇਖੋ। अच्छा पहली मुलाकात का हो गया ना जी ये याद कि बाहर निकलना, इन्हें बैठे होना माचे ते मैं भी बह जाना। वो पहलियां मुलाकातां सन। अच्छा इन्हों पता लगना बरकत का छोर है, बरकत सुनियारे का, फिर तारफ उन्हें पता की लगना, पहले ही पता होंदा सी, लेकिन वो फिर बहीदा सी ते मजीद मतलब टाइज जड़ियाँ सी वो एक मुश्तरक हवाले नाल मजबूत होईयां। मैं उस्ताद हरां नूं वो विखाईयां, मैं क्या उस्ताद जी लिखिया है। उस्ताद हरां वेख्या, कहंदे ये वजन च नहीं हैगा। मैं क्या जी वजन च एवें वेह रहा मैं क्या जी मोठी दी पाइया दुध पत्ती दी चाह दी शर्त लग गई उस्ताद जी। हालांकि मैनू इजाज़ पता सी कि वजन बैर च नहीं है। ए वेख ना तू कैसी गल है।
ਕੀ ਬਾਤ ਹੈ ਜਨਾਬ, ਕੀ ਬਾਤ ਹੈ। ਅੱਛਾ ਉਸਤਾਦ ਨਾਲ ਹੱਸਦੇ ਵੀ ਸਨ। ਦੁੱਧ ਮੁੱਠੀ ਨੇ ਐਸੀ ਦੁੱਧ ਪੱਤੀ ਬਣਾਉਣੀ ਖਾਲਸ ਦੁੱਧ ਦੀ ਯਾਰ, ਹਾਏ 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 ਹਾਏ। ਉਸਤਾਦ ਨਾਲ ਕਹਿਣਾ ਕਿ ਮਿਸਾਲਾਂ ਵੀ ਦੇਣੀਆਂ ਔਰ ਕਹਿਣਾ ਅਈ ਹੈ, ਮਿਸਾਲਾਂ ਦੇਣੀਆਂ ਅਈ। ਮੈਂ ਕਿਹਾ ਅੱਛਾ ਅੱਛਾ, ਚਾਹ ਜਾਣੀ ਚਾਹ ਪੀਣੀ ਲਿਖਾ ਕਈ ਬੇਬਹਿਰੀਆਂ ਚੀਜ਼ਾਂ ਲਿਆਉਣੀਆਂ ਅਤੇ ਇਵੇਂ ਬਹਿਣਾ। ਅਤੇ ਫਿਰ ਮੈਨੂੰ ਇੱਕ ਦਿਨ ਮੈਂ ਚੀਜ਼ ਲਿਆਂਦੀ, ਕਹਿੰਦੇ ਹਾਂ ਇਹ ਵੀ 2-3 ਜਵਾਨਾਂ ਤਾਂ ਤੂੰ ਠੀਕ ਲਿਖ ਲਈਆਂ ਨੇ। ਮੈਂ ਉਹਨਾਂ 'ਤੇ ਇਸ ਤਰ੍ਹਾਂ ਨਿਸ਼ਾਨ ਲਾ ਲਿਆ। ਅੱਛਾ ਉਦੋਂ ਐਪਸ ਨਹੀਂ ਹੁੰਦੀਆਂ ਸੀ ਬਹਿਰਾਂ ਸਿੱਖਣ ਵਾਲੀਆਂ, ਅਰੂਜ਼ ਵਗੈਰਾ ਵਾਲੀਆਂ ਐਪਸ ਨਹੀਂ ਹੁੰਦੀਆਂ ਸੀ ਉਦੋਂ। ਉਸਤਾਦ ਹੀ ਕੋਈ ਸਿਖਾਉਂਦਾ ਹੁੰਦਾ ਸੀ ਦੋਸਤੋ। ਕਿੱਸਾ ਮੁਕਤਸਰ ਉਹ ਪਹਿਲੀਆਂ ਮੁਲਾਕਾਤਾਂ, ਫਿਰ ਮੇਰਾ ਕਾਲਜ ਆਉਣਾ, ਫਿਰ ਮੇਰਾ ਯੂਨੀਵਰਸਿਟੀ ਆਉਣਾ, ਅਤੇ ਯੂਨੀਵਰਸਿਟੀ ਦੇ ਪਹਿਲੇ ਦੌਰ 'ਚ ਕੁਝ ਚੀਜ਼ਾਂ ਲਿਖ ਕੇ ਉਸਤਾਦ ਹੋਰਾਂ ਨੂੰ ਦੇਣਾ, ਉਹਨਾਂ ਦਾ ਸਹੀ ਕਰਨਾ। ਇਹ ਮੁਖਤਸਰ ਮੇਰੀ ਇਬਤਦਾਈ ਜ਼ਿੰਦਗੀ ਦਾ ਦਰੋਬਸਤੇ ਆਪਣਾ ਇਜਾਜ਼। ਅੱਛਾ, ਤੁਸੀਂ ਬੜੇ ਕਿਰਦਾਰ ਜਨਾਬ ਅੱਜ ਸਾਨੂੰ ਦੱਸਿਆ ਹੈ ਕਿ ਕਿਵੇਂ ਉਸਤਾਦ ਤਜਮਲ ਕਰੀਮ ਦੇ ਕੋਲ ਕਿਹੜੇ ਲੋਕ ਬਹਿੰਦੇ ਸੀ, ਸਾਰਾ ਕੁਝ ਜਿਹੜਾ ਉਹਨਾਂ ਦਾ ਜਿਹੜਾ ਮਿਲਣ ਵਰਤਨ ਸੀ ਜਾਂ ਉਹਨਾਂ ਦੇ ਜਿਹੜੇ ਦੋਸਤਾਂ ਦਾ ਹਲਕਾ ਸੀ, ਉਹ ਸਾਨੂੰ ਵੀ ਨਹੀਂ ਸੀ ਪਤਾ। ਲੇਕਿਨ ਇਹ ਕਿ ਤੁਸੀਂ ਅੱਜ ਉਹਨੂੰ ਸਾਹਮਣੇ ਲੈ ਕੇ ਆਏ ਹੋ ਕਿ ਕਿਹੜੇ ਉਹ ਦੋਸਤ ਤੇ ਕਿਰਦਾਰ ਸਨ। ਅੱਛਾ ਇਹ ਦੱਸੋ ਵੀ ਉਸਤਾਦ ਤਜਮਲ ਕਰੀਮ ਦਾ ਜਿਹੜਾ ਮਜਮੂਈ ਮੂਡ ਹੁੰਦਾ ਸੀ ਆਮ ਤੌਰ ਤੇ, ਉਹ ਕਿਸ ਤਰ੍ਹਾਂ ਦਾ ਸੀ? ਔਰ ਯਾਨੀ ਖੁਸ਼ਗਵਾਰ ਸੀ, ਗੁੱਸਾ ਕਿਵੇਂ ਕਰਦੇ ਸੀ? ਕਿਉਂਕਿ ਤੁਸੀਂ ਤਾਂ ਬਹੁਤ ਕਰੀਬ ਤੋਂ ਉਹਨਾਂ ਨੂੰ ਦੇਖਿਆ ਹੈ, ਤੇ ਕੁਝ ਸਾਂਝ ਪਾਓ ਸਾਡੇ ਨਾਲ। ਆਹਾ ਕਿਸੇ ਤਹਿਸੀਲ ਨੇ, ਕਿਸੇ ਜ਼ਿਲ੍ਹੇ ਦੀ ਪੰਜਾਬ ਵਿੱਚ ਕਿਸੇ ਤਹਿਸੀਲ ਨੇ ਉਸਤਾਦ ਤਜਮਲ ਕਰੀਮ ਹਰਾਂ ਵਰਗਾ ਸਮਾਰਟ ਆਦਮੀ, ਖੁਸ਼ਗਵਾਰ ਆਦਮੀ ਅਤੇ ਨੈਣ ਨਕਸ਼ ਤੋਂ ਇੰਨਾ ਸੁਨੱਖਾ ਆਦਮੀ ਸ਼ਾਇਦ ਹੀ ਵੇਖਿਆ ਹੋਵੇ। ਇਹ ਉਹਨਾਂ ਦਾ 6 ਫੁੱਟ ਦਾ ਕੱਦ, ਪਲੇਰ ਹੁੰਦੇ ਸਨ, ਸੋਹਣੀ ਅੱਖ, ਸੋਹਣੀ ਉਹਨਾਂ ਦੀਆਂ ਮੁੱਛਾਂ, ਸੋਹਣਾ ਫੇਸ ਕੱਟਸ, ਸਮਾਰਟ ਆਦਮੀ, ਪੂਰੇ ਚਮਕਦਾਰ ਵਾਲ, ਅੱਲਾ ਦੇ ਬੰਦੇ ਹੋ। ਅਤੇ ਖਿਡਾਰੀ ਹੋ ਰਹੇ ਨੇ ਸਾਰੀ ਉਮਰ ਭਾਈ। ਕ੍ਰਿਕਟ ਖੇਡੀ ਉਹਨਾਂ ਫੁੱਟਬਾਲ ਖੇਡਿਆ, ਉਹਨਾਂ ਹਾਕੀ ਖੇਡੀ, ਅਤੇ ਲੀਡ ਕੀਤਾ। ਅਤੇ ਇੱਕ ਹੋਰ ਗੱਲ, ਉਹ ਇੱਕ ਹੋਰ ਖੇਡ ਦੇ ਬਹੁਤ ਵੱਡੇ ਪਲੇਅਰ ਸਨ, ਪਤੰਗਬਾਜ਼ੀ, ਕਾਈਟ ਫਲਾਈਂਗ। ਪੂਰੇ ਜ਼ਿਲ੍ਹਾ ਕਸੂਰ ਵਿੱਚ 4 ਪਲੇਅਰ ਐਸੇ ਸਨ ਜਿਨ੍ਹਾਂ ਦੇ ਹਮ ਪੱਲਾ ਉਸਤਾਦ ਮੁਹਤਰਮ ਸਨ, ਅਤੇ ਬਾਜ਼ੀ ਕਦੀ ਉਸਤਾਦ ਜੀ ਨੇ ਲੈ ਜਾਣੀ ਅਤੇ ਕਦੀ ਉਹਨਾਂ ਨੇ। ਉਹ 4 ਪਤੰਗਬਾਜ਼ਾਂ ਦੇ ਨਾਂ ਸੁਣ ਲਓ। ਉਹਨਾਂ ਦਿਨਾਂ 'ਚ ਪਤੰਗਬਾਜ਼ੀ ਵੀ ਬੜੇ ਅਰੂਜ 'ਤੇ ਹੁੰਦੀ ਸੀ ਔਰ ਖੇਡ ਹੁੰਦਾ ਸੀ। ਵੱਲੀ, ਐਨਕੂ, ਕੱਕੀ, ਵੱਲੀ, ਐਨਕੂ, ਕੱਕੀ, ਉਸਤਾਦ ਜੀ, ਇਹ 4 ਦਾ ਤੋਤੀ ਸੀ ਭਾਈ ਜ਼ਿਲ੍ਹਾ ਕਸੂਰਪੁਰ ਵਿੱਚ। ਆਪ ਦੱਸੋ ਕਿ ਜਿਹੜਾ ਬੰਦਾ 6 ਫੁੱਟ ਕੱਦ, ਮੀਲ ਮੇਖ ਦਾ ਪੂਰਾ, ਹੱਥ ਪੈਰ ਸਲਾਮਤ, ਪਲੇਰ, ਸੋਹਣਾ ਹੋਵੇ। ਖੁਸ਼ਗਵਾਰ ਸਨ ਭਾ, ਬਹੁਤ ਖੁਸ਼ਗਵਾਰ ਮੂਡ ਦੇ ਸਨ। ਫਿਰ ਉਹਨਾਂ ਨੂੰ ਸੁਣਿਆ ਇਸ਼ਕ ਹੋਇਆ, ਸ਼ਾਦੀ ਹੋਈ ਉਹਨਾਂ ਦੀ। ਅੱਲਾ ਸਲਾਮਤ ਰੱਖੇ ਸਾਡੀ ਬਾਜੀ ਨੂੰ। ਮੇਰੀ ਵੱਡੀ ਭੈਣ ਦੀ ਕਲਾਸ ਫੈਲੋ ਸਨ। ਉਸਤਾਦ ਹੋਰਾਂ ਦੀ ਲਵ ਮੈਰਿਜ ਦੀ ਅਸੀਂ ਵੀ ਨਾਲ ਸਾਂ। ਕਿਆ ਦਿਨ ਸਨ। ਉਸਤਾਦ ਹੋਰਾਂ ਦਾ ਵਲੀਮਾ ਚੱਕੀ 'ਚ ਹੋਇਆ ਸੀ, ਅਤੇ ਚੱਕੀ ਦੇ ਵਿੱਚ ਕਲਾਰਨਟ ਕਿੰਨੇ ਵਜਾਈ ਸੀ। ਉਸਤਾਦ ਜੀ ਦੀ ਵੇਖੋ ਚॉइस, ਵੇਖੋ ਪਸੰਦ, ਵੇਖੋ। ਕੀੜੂ ਕਲਾਰਨਟ ਨਵਾਜ਼ ਨੇ, ਸ਼ਹਿਨਾਈ ਦਾ ਵੀ ਬਹੁਤ ਵੱਡਾ ਪਲੇਅਰ ਸੀ ਕੀੜੂ ਮੀਰ ਆਲਮਾ ਦਾ ਸੀ। ਔਰ ऐसी धुन बजाई उस कीड़ू साहब ने, अल्लाह गरीब के रहमत करे, बड़ी धुन बजवाई उस्ताद जी ने। तो खुशगवार आदमी सन। ਤੁਸੀਂ ਤਾਂ ਅੱਜ ਸਾਰਾ ਖੋਲ ਕੇ ਰੱਖ ਦਿੱਤਾ ਜੀ, ਕੀ ਬਾਤ ਹੈ, ਕੀ ਬਾਤ। ਹਾਂ, ਸ਼ੇਰ ਦੇ ਮਾਮਲੇ 'ਚ ਕੱਬੇ ਸਨ ਜੀ। ਅੱਛਾ ਜੀ। ਕੱਬੇ ਇਸ ਤਰ੍ਹਾਂ ਕਿ ਅਕਸਰ ਸਾਨੂੰ ਇੱਕ ਸ਼ੇਰ ਸੁਣਾਉਂਦੇ ਸਨ, ਜਿਹੜਾ ਕਿ ਕਹਿੰਦੇ ਸੀ ਕਿ ਮੇਰੇ ਅੱਬੇ ਮਲਕ ਮੁਹੰਮਦ ਸ਼ਫੀ ਸਾਹਿਬ ਦੀ ਡਾਇਰੀ 'ਚ ਲਿਖਿਆ ਸੀ ਅਤੇ ਉੱਥੋਂ ਮੇਰੇ ਤੱਕ ਪਹੁੰਚਿਆ ਹੈ। ਉਹ ਸ਼ੇਰ सुन लो दोस्तों। ये शायरी जो है ये रियाजत का काम है, नाअहल को तो हाथ लगाना हराम है। इस शेर
ਦੇ ਹੁੰਦਿਆਂ ਪਲੇ ਨੇ, ਸਾਰੀ ਉਮਰ ਇਹ ਸ਼ੇਰ ਦਾ ਹਵਾਲਾ ਦਿੰਦੇ ਰਹੇ ਨੇ। ਆਪ ਵੀ ਉਹਨਾਂ ਇਸ ਕੜੇ ਮਿਆਰ 'ਤੇ ਉਤਰੇ ਨੇ, ਪੂਰੇ ਦੁਨੀਆ ਜਾਣਦੀ ਹੈ। ਮਰੇੜਾ ਸ਼ਾਇਰ ਕਹਿੰਦੇ ਕੁਛ ਨਹੀਂ ਸੀ, ਉਹਨਾਂ ਦੇ ਨਾ ਮੂਡ ਤੋਂ ਪਤਾ ਲੱਗ ਜਾਂਦਾ ਸੀ। ਕੋਈ ਸ਼ਾਇਰ ਜਾਂ ਕੋਈ ਲਿਖਤ ਜਾਂ ਕੋਈ ਗਜ਼ਲ ਚੰਗੀ ਹੈ, ਵੜਿਆਨ ਦੇ ਸਲਾਮ ਦੇ ਕਾਬਿਲ ਹੈ ਜਾਂ ਮਰੇੜੀ ਹੈ, ਅਤੇ ਬਸ ਉਹਨਾਂ ਦੇ ਮੂਡ ਵੇਖੀਦਾ ਸੀ। ਐਵੇਂ ਐਵੇਂ ਨਾ ਬਸ ਪਤਾ ਲੱਗ ਜਾਂਦਾ ਜਿਹੜਾ ਰੋਜ਼ ਪੈਣ ਵਾਲਾ ਹੋਵੇ ਕਿ ਕੋਈ ਨਾ ਹਾ ਇਹ ਉਹਨਾਂ ਦੇ ਦਾਦ ਦੇਣ ਦਾ ਅੰਦਾਜ਼ ਹੁੰਦਾ ਸੀ। ਇਹ ਜਿਸ ਸ਼ੇਰ 'ਤੇ ਜਿਸ ਗੱਲ 'ਤੇ ਉਹਨੇ ਐਵੇਂ ਕਹਿ ਦਿੱਤਾ, ਪਤਾ ਲੱਗ ਜਾਂਦਾ ਸੀ ਕਿ ਇਹਦੇ ਵਿੱਚ ਕੁਛ ਹੈ। ਉਹਨੂੰ ਕੀਮਗਿਰੀ ਕਹਿੰਦੇ ਸੀ। ਉਹ ਪਹਿਲੇ ਵੀ ਅਰਜ਼ ਕੀਤਾ, ਕੀਮਗਿਰੀ ਯਾਦ ਕਹਿੰਦੇ ਜੀ ਸ਼ੇਰ 'ਚ ਕੀਮਗਿਰੀ ਨਹੀਂ ਤੇ ਤਜ਼ਈਏ ਔਕਾਤ ਬੋਲੀ ਜਾਓ, ਲੱਗੇ ਰਹੋ ਵਗੈਰਾ ਵਗੈਰਾ। ਨਹਾਇਤ ਖੁਸ਼ਗਵਾਰ ਆਦਮੀ ਹੁੰਦੇ ਸੀ। ਮਰੇੜੇ ਤੇ ਬੋਡੇ ਬੰਦੇ ਨੂੰ ਪਸੰਦ ਨਹੀਂ ਸੀ ਕਰਦੇ ਹੁੰਦੇ। ਇਹ ਨਹੀਂ ਕਿ ਲੱਠ ਲੈ ਕੇ ਮਗਰ ਪੈ ਜਾਣਾ, ਲੜਨਾ ਜਾਂ ਪਤਾ ਲੱਗ ਜਾਂਦਾ ਸੀ। ਇਹ ਖਫੀਫ ਜਿਹੇ ਇਸ਼ਾਰੇ ਸਨ ਉਹਨਾਂ ਦੇ, ਮੂਡ ਸੀ ਉਹਨਾਂ ਦਾ, ਸਪਾਟ ਜਿਹਾ ਚਿਹਰਾ ਹੋ ਜਾਂਦਾ ਸੀ। ਇਹ ਕਰਕੇ ਬੈਠੇ ਰਹਿਣਾ, ਖੁਲਕਤ ਬਹਿੰਦੀ ਸੀ ਕੋਲ, ਅਤੇ ਉਹ ਸਾਨੂੰ ਵੀ ਪਤਾ ਲੱਗ ਜਾਂਦਾ ਸੀ ਫਿਰ ਆਹਿਸਤਾ ਆਹਿਸਤਾ ਕਿ ਕਿਹੜਾ ਸ਼ੇਰ, ਕਿਹੜਾ ਬੰਦਾ ਮਰੇੜਾ ਹੈ ਅਤੇ ਕਿਹੜਾ ਸ਼ੇਰ ਅਤੇ ਕਿਹੜਾ ਬੰਦਾ ਸਲਾਮ ਦੇ ਕਾਬਿਲ ਹੈ। ਬਹੁਤ ਖੁਸ਼ਗਵਾਰ ਆਦਮੀ ਸਨ। ਅੱਛਾ, ਹੁਣ ਅਗਲਾ ਸਵਾਲ ਜਿਹੜਾ ਮੈਂ ਤੁਹਾਡੇ ਕੋਲ ਪੁੱਛਣਾ ਹੈ ਕਿ ਜੇ ਮੈਂ ਕਹਾਂ ਕਿ ਕੋਈ 3 ਖੂਬੀਆਂ ਉਸਤਾਦ ਜੀ ਦੀਆਂ, ਉਸਤਾਦ ਜਮਲ ਕਰੀਮ ਹੋਰਾਂ ਦੀਆਂ, ਜਿਹੜੀਆਂ ਤੁਸੀਂ ਓਬਜ਼ਰਵ ਕੀਤੀਆਂ ਹੋਣ, ਤੇ ਉਹ ਕਿਹੜੀਆਂ ਹੋਣਗੀਆਂ? ਹਾਂ, ਵੱਡੇ ਸ਼ਾਇਰ ਸਨ, ਆਸ਼ਿਕ ਸਨ। ਹਾਂ, ਵੱਡੇ ਸ਼ਾਇਰ ਸਨ, ਆਸ਼ਿਕ ਆਦਮੀ ਸਨ, ਅਤੇ ਸਾਹਿਬੇ ਨਜ਼ਰ ਸਨ। ਨਜ਼ਰ ਸੀ ਸਮਾਜੀ। ਮੈਂ ਕਹਿੰਦਾ ਉਹਨਾਂ ਤੋਂ ਵੱਡਾ ਸੋਸ਼ਲ ਸਾਇੰਟਿਸਟ ਹੀ ਕੋਈ ਨਹੀਂ ਸੀ ਯਾਰ। ਸੋਸ਼ਲ ਸਾਇੰਟਿਸਟ ਸਨ ਯਾਰ ਉਹ, ਅੱਲਾ ਦੇ ਬੰਦੇ ਹੋ। ਉਹਨਾਂ ਇਹ ਸਾਰੀ ਨਿਆਣ ਬੇੜੇ ਨੇ ਬੜੇ ਉਹਨਾਂ ਨਿਆਣ ਬੇੜੇ ਨੇ, ਤੁਹਾਨੂੰ ਵੀ ਪਤਾ, ਤੁਹਾਨੂੰ ਵੀ ਕਿਆ ਕੋਲ ਚੌਕੀ ਹੋਣੀ। ਨਿਆਂ ਦਾ ਇੱਕ ਕਿੱਸਾ ਤੁਹਾਨੂੰ ਦੱਸਾਂ। ਹਾਏ 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 ਹਾਏ, ਕੱਕੀ ਮਾਛੀ ਜਿਹੜਾ ਕਿ ਬਹੁਤ ਵੱਡਾ ਕਾਇਟ ਫਲਾਇਰ ਵੀ ਸੀ। ਇਹ ਜੰਡ ਜਿੱਡਾ ਜਵਾਨ ਸੀ। ਮੇਰੀ ਮਾਂ ਮੈਨੂੰ ਕਹਿੰਦੀ ਹੁੰਦੀ ਸੀ ਉਦੋਂ ਵੀ, ਅੱਲਾ ਉਹਨੂੰ ਹਯਾਤੀ ਦੇ ਹੁਣ ਵੀ, ਕਹਿੰਦੀ ਪੁੱਤਰ ਤੈਨੂੰ ਕੱਕੀ ਜਿੱਡਾ ਜਵਾਨ ਕਰਨਾ ਹੈ। ਅਤੇ ਮਾਂ ਮੇਰੀ ਨੇ ਮੈਨੂੰ ਵੀ ਪੰਜੀਰੀਆਂ, ਛੋਲੇ, ਦੇਸੀ ਘਿਓ ਵਗੈਰਾ ਵਗੈਰਾ ਜਿਹੜੇ ਆਪਣੇ ਸੁਗਾਤਾਂ ਪਿੰਡ ਥਾਂ ਦੀਆਂ ਹੁੰਦੀਆਂ ਸੀ, ਚੋਣੀਆਂ ਦੋ ਖਵਾਉਣੀਆਂ। ਅਤੇ ਅੱਛਾ, ਕੱਕੀ ਸਾਡੇ ਵਸੇਬ ਦਾ ਵੇਰਿਆ ਸ਼ਖਸ ਸੀ। ਵੇਰਿਆ ਕਿਵੇਂ? ਗਲਤ ਗੱਲ ਨਹੀਂ ਬਰਦਾਸ਼ਤ ਕਰਦਾ ਸੀ। ਮੰਡੀ 'ਚ ਤਗਾਰੀਆਂ ਚੁੱਕਦਾ ਸੀ। ਮੁਖਤਲਿਫ ਕੰਮ ਕੀਤੇ ਉਸ ਕੱਕੀ ਨੇ। ਗਲਤ ਗੱਲ ਬਰਦਾਸ਼ਤ ਨਹੀਂ ਕਰਨੀ, ਸੁਨੱਖਣਾ ਸੀ। ਅਤੇ ਗੱਲ ਉੱਥੇ ਜਿਹਦੇ ਅਸੀਂ ਬਹਿੰਦੇ ਹੁੰਦੇ ਸਾਂ ਨਾ, ਕਦੀ ਕਦੀ ਉਹਨੇ ਵੀ ਆ ਜਾਣਾ, ਕੱਕੀ ਨੇ ਵੀ ਉਹ ਮਾਚੇ 'ਤੇ। ਮਿਹਨਤੀ ਆਦਮੀ ਸੀ, ਸਾਡੇ ਵਸੇਬ ਦਾ ਵੇਰਿਆ ਸੀ ਜੀ। ਇੱਕ ਵਾਰੀ ਕੱਕੀ ਨੂੰ ਚੌਕੀ ਵਾਲੇ ਲੈ ਗਏ, ਕੋਈ ਕਿਤੇ ਝਗੜਾ ਹੋਇਆ। ਮੈਨੂੰ ਯਾਦ ਹੈ ਯਾਰ ਵੇਖ ਕੱਕੀ ਕੈਸੇ ਝਗੜੇ 'ਤੇ ਲੜਿਆ ਅਤੇ ਚੌਕੀ ਵਾਲਿਆਂ ਨੇ ਉਹਨੂੰ ਫੜਿਆ। ਬੰਗਾਲੀ ਇੱਕ ਹੁੰਦਾ ਸੀ, ਮੰਡੀ ਵਿੱਚ ਤਗਾਰੀਆਂ ਚੁੱਕਦਾ ਸੀ। ਉਹ ਵੀ ਜੰਡ ਜਿੱਡਾ ਜਵਾਨ ਸੀ। ਬੰਗਾਲੀ ਦੀ ਬੋਰੀ ਮਸ਼ਹੂਰ ਸੀ। ਬੰਗਾਲੀ ਦੇ ਬਾਰੇ 'ਚ ਕਿਹਾ ਜਾਂਦਾ ਸੀ, ਬੰਗਾਲੀ 3 ਮਣੀ ਬੋਰੀ ਨੂੰ ਟਿੱਚ ਨਹੀਂ ਲੈਣ ਦਿੰਦਾ। ਐਸਾ ਉਹਨੇ ਵੀ ਚੁੱਕਣੀ। ਖੈਰ, ਬੰਗਾਲੀ ਦੇ ਕਿਸੇ ਕਲਾਇੰਟ ਨੇ ਪੈਸੇ ਮਾਰ ਲਏ, ਕੱਕੀ ਉਹਦੇ ਵਾਸਤੇ ਲੜਿਆ। ਇੱਟ ਫੜੀ ਕੱਕੀ ਨੇ, ਇਹ ਨਹੀਂ ਕਿ ਉਹਨੂੰ ਮਾਰਿਆ, ਆਪਦੇ ਸਿਰ 'ਤੇ ਤੋੜੀ ਕੱਕੀ ਨੇ। ਉੱਥੇ ਹਾਹਾਕਾਰ ਮੱਚ ਗਈ, ਜੇ ਉਹ ਝਗੜਾ ਮੱਚ ਗਿਆ। ਕੋਲ ਚੌਕੀ ਸੀ ਮੰਡੀ ਦੇ, ਪਤਾ ਚੌਕੀ ਵਾਲੇ ਲੈ ਗਏ। ਉਹ ਨਿਆਣ ਬੇੜਨ ਵਾਸਤੇ ਉਸਤਾਦ ਮੋਹਰਾ ਸੀ, ਉਸਤਾਦ ਅੱਗੇ ਸੀ, ਉਸਤਾਦ ਜਮਲ ਕਲੀਮ, ਕਿ ਉਹਨੂੰ ਪਤਾ ਸੀ ਕੱਕੀ ਗਲਤ ਨਹੀਂ ਹੈ। ਔਰ ਗੱਲ ਫਿਰ ਇਵੇਂ ਹੀ ਹੋਈ। ਖੈਰ ਸਾਰਾ ਕੁਝ ਉਹਨੂੰ ਕੱਕੀ ਨੂੰ ਛੁਡਾ ਕੇ ਕਿੱਸਾ ਮੁਕਤ। ਜਿੱਥੇ ਕੋਈ ਐਸੀ ਗੱਲ ਹੋਣੀ, ਨਿਆਂ ਦੇਣ ਦੀ ਜ਼ਰੂਰਤ ਹੋਣੀ, ਨਿਆਂ ਲੈਣ ਦੀ ਜ਼ਰੂਰਤ ਹੋਣੀ, ਉੱਥੇ ਉਸਤਾਦ ਮੁਹਤਰਮ ਤੋਂ ਵੱਡਾ ਕੋਈ ਸਾਲਸੀ ਨਹੀਂ ਸੀ ਹੁੰਦਾ। ਰਾਣਾ ਸਈਦ ਸਾਹਿਬ ਤੋਂ ਵੱਡਾ ਕੋਈ ਨਹੀਂ ਹੁੰਦਾ ਸੀ, ਰਜ਼ਾ ਹਸਨ ਤੋਂ ਵੱਡਾ ਕੋਈ ਨਹੀਂ ਹੁੰਦਾ ਸੀ ਸਾਲਸੀ। ਇਹ ਚੂਣੀਆਂ ਦੀ ਆਨ ਨੇ, ਸ਼ਾਨ ਨੇ, ਬਾਨ ਨੇ ਸਾਡੀ ਅਜੇ ਵੀ। ਸ਼ਾਇਰ ਵੀ ਸੋਹਣੇ, ਪ੍ਰੋਫੈਸ਼ਨਲ ਵੀ ਸੋਹਣੇ, ਅਤੇ ਸੋਸ਼ਲ ਸਾਇੰਟਿਸਟ ਵੀ ਸੋਹਣੇ। ਕਿਸੇ ਵੀ ਤਹਿਸੀਲ ਵਾਸਤੇ ਐਸੇ ਬੰਦਿਆਂ ਦਾ ਹੋਣਾ ਖੁਸ਼ਕਿਸਮਤੀ ਦੀ ਲਾਮਤ ਹੈ। ਅਤੇ ਇਹ ਜੀ 3 ਖੂਬੀਆਂ ਸਨ ਉਸਤਾਦ ਜੀ ਦੀਆਂ। ਸੋਸ਼ਲ ਸਾਇੰਟਿਸਟ ਸਨ, ਵੱਡੇ ਸ਼ਾਇਰ ਸਨ, ਅਤੇ ਆਸ਼ਿਕ ਆਦਮੀ ਸਨ। ਆਸ਼ਿਕ ਆਦਮੀ ਸਨ। ਨੂਰ ਜਹਾਂ ਦੇ ਦੀਵਾਨੇ, ਸ਼ਿਵ ਦੇ ਜੀਵਨ ਦੀਵਾਨੇ। ਉਸਤਾਦ ਆਰਾਂ ਨੂੰ ਨਰਤ ਪਾਓ ਬਹੁਤ ਸੀ ਯਾਦ। ਨਰਤ ਪਾਓ, ਰਕਸ ਦੇ ਮੀਨ ਮੇਖ ਔਰ ਪੇਚਾਂ। ਉਸਤਾਦ ਨਹੀਂ ਮਾਹਿਰ ਸਨ ਉਹਦੇ ਵੀ। ਅੰਜਮਨ ਨੂੰ ਵੱਡਾ ਡਾਂਸਰ ਮੁਤਸਵਰ ਕਰਦੇ ਹੁੰਦੇ ਸੀ ਉਹਨਾਂ ਨੂੰ।
ਤੇ ਮੈਂ ਇੱਕ ਇੰਡੀਆ ਦੀ ਡਾਂਸਰ ਸੀ ਸ਼ਰਮੀਲਾ ਟੈਗੋਰ, ਉਹਨਾਂ ਨੂੰ। ਇੱਥੇ ਵੀ ਦਿਲਚਸਪ ਗੱਲ ਹੈ, ਮੈਂ ਆਪਣੀ ਗੱਲ ਤੇ ਅੜਿਆ ਹੋਇਆ ਸੀ। ਮੈਨੂੰ ਯਾਦ ਹੈ ਇੱਕ ਜੇ ਕਿੱਸਾ, ਇੱਕ ਜਦੋਂ ਹੁੰਦੇ ਸਾ ਉੱਥੇ, ਮੈਂ ਕਿਹਾ ਉਸਤਾਦ ਜੀ ਸ਼ਰਮੀਲਾ ਟੈਗੋਰ ਵੱਡੀ ਡਾਂਸਰ ਹੈ। ਉਸਤਾਦ ਅਲੀ ਹੱਸੇ, ਉਹ ਨਹੀਂ ਕਪਤਾਨ ਮੈਨੂੰ ਕਹਿੰਦਾ ਮੈਂ ਕ੍ਰਿਕਟ ਟੀਮ ਦਾ ਕਪਤਾਨ ਰਿਹਾ। ਉਹ ਨਹੀਂ ਕਪਤਾਨ ਛੱਡ ਦੇ, ਅੰਜੁਮਨ ਵੱਡੀ ਡਾਂਸਰ ਹੈ। ਖੈਰ ਉੱਥੇ 2-2 ਗਾਣੇ ਕੱਢੇ ਗਏ। ਮੈਨੂੰ ਯਾਦ ਹੈ ਅਜੇ ਤੱਕ ਯਾਦ, ਮੈਂ ਕਿਹੜਾ ਗਾਣਾ ਕਢਵਾਇਆ ਤੇ ਉਹਦੇ 'ਤੇ ਸ਼ਰਮੀਲਾ ਟੈਗੋਰ ਦਾ ਕਿਆ ਰਕਸ ਵੇਖੋ। ਫਿਲਮ ਤਲਾਸ਼ ਦਾ ਗਾਣਾ ਸੀ। ਅੱਜ ਰੇ ਜੁੰਦਲੀ ਰਾਤ ਮਾਂ धरती पर है आसमां, कोई तो बन के रे उतरा मन के आंगना, चंदा रे तू जाना जा, आज रे जुनली रात मां। ये मैं कढ़वा लिया गाना। मैं कहा जी देखो रक्स दे कैसे नरत ने, हा उस्ताद रा मेरे दिल दे शीशे विच सजना पई सजदी ये तस्वीर तेरी दा रक्स विखाया। एक दे होर गीत दा रक्स विखाया। उत्थे जाणू लोग बैठे सन, उस्ताद हरां कोल जाणू लोग बहिंदा सी। ये भी खूबी सच उन्हां दी, सच उन्हां कोल बहिंदे ही बरीक सन ਸਾਰਿਆਂ। ਕਿਆ ਨਹੀਂ ਅੰਜੁਮਨ ਵੱਡੀ ਹੈ, ਮੈਨੂੰ ਯਾਦ ਹੈ। ਇਹ ਵੀ ਇੱਕ ਉਹਨਾਂ ਦੀ ਖਸੂਸੀਅਤ ਸੀ, ਰਕਸ ਵੀ ਜਾਣਦੇ ਸਨ, ਆਸ਼ਿਕ ਆਦਮੀ ਸਨ। ਇਜਾਜ਼